जन कै संग चित आवे नाओ, आप मुक्त मुक्त करै संसार। नानक तिस जन को सदा नमस्कार। जिन्ना आया ते जगत तर जावे, धन धन आउणा उन्हां दा। जिन्ना आया ते जगत तर जावे, धन धन आउणा उन्हां दा। आया ते जगत तर जावे, धन धन आउणा उन्हां दा। जिन्ना आया ते जगत तर जावे, धन धन आउणा उन्हां दा। जिन्ना आया ते जगत तर जावे, धन धन आउणा उन्हां दा। जिन्ना आया ते जगत तर जावे, धन धन आउणा उन्हां दा। जिन्ना आया ते जगत तर जावे, धन धन आउणा उन्हां दा। जिन्ना आया ते जगत तर जावे, धन धन आउणा उन्हां दा। जिन्ना आया ते जगत तर जावे। ऐसे महापुरुष संत महाराज जी राड़ा साहिब वाले, जिन्हां दी आपां हर साल तकरीबन 3 समागम आपां वड्डी पੱਧਰ ਤੇ ਕਰਦੇ ਆਂ। ਉਹਨਾਂ ਦੀ ਮਿੱਠੀ ਯਾਦ ਅਤੇ ਨਾਲ ਗੁਰੂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਨੂੰ ਸਮਰਪਿਤ ਇਹ 3 ਦਿਨਾਂ ਦਾ ਜਿਹੜਾ ਆਪਾਂ ਸਮਾਗਮ ਰੱਖਿਆ ਸੀ, ਗੁਪਤ ਜਿਹਾ ਸਮਾਗਮ ਰੱਖਿਆ ਸੀ। ਇਹਦੀ ਬਹੁਤੀ ਪਬਲਿਸਿਟੀ ਨਹੀਂ ਕੀਤੀ ਕਿਉਂਕਿ ਸਮੇਂ ਦੇ ਹਿਸਾਬ ਨਾਲ ਵੀ ਬਹੁਤਾ ਇਕੱਠ ਨਹੀਂ ਕਰਨਾ ਸੀ, ਪਰ ਫਿਰ ਵੀ ਪਿਆਰ ਵਾਲੀਆਂ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਆਪ ਜੀ ਪਹੁੰਚ ਗਏ। ਸੋ ਆਓ ਸਾਰੇ ਆਪਾਂ 15 ਕੁ ਮਿੰਟ ਆਪਣੇ ਕੋਲੇ ਹੈਗੇ ਨੇ, ਸਮਾਪਤੀ ਸਮੇਂ ਨਾਲ ਕਰਨੀ ਹੈ। ਸੰਗਤਾਂ ਨੇ ਦੂਰ ਦਰਾਡੇ ਤੋਂ ਸੰਗਤਾਂ ਆਈਆਂ ਨੇ, ਹਰਿਆਣੇ ਤੋਂ ਵੀ ਸੰਗਤ ਆਈ ਹੈ, ਹੋਰ ਵੀ ਸੰਗਤਾਂ ਨੇ ਆਪਣੇ ਸਮੇਂ ਸਿਰ ਘਰ ਪਹੁੰਚ ਜਾਣ, ਕਿਉਂਕਿ ਐਤਕੀ ਦਾ ਜਿਹੜਾ ਸਮਾਗਮ ਸੀ ਬਹੁਤਾ ਅਸੀਂ ਇਸ ਕਰਕੇ ਰੱਖਿਆ ਸੀ ਵੀ ਸੰਗਤ ਜਿਹੜੀ ਹੈ ਉਹ ਮਹਾਂਪੁਰਸ਼ਾਂ ਦੇ ਦਰਸ਼ਨ ਕਰ ਜੂਗੀ ਆ ਕੇ। ਇੰਨੇ ਬਹਾਨੇ ਨਾਲ ਆ ਜਾਂਦੇ ਐ। ਇੱਕ ਸਾਲਾਨਾ ਤਰੀਕਾਂ ਰੱਖੀਆਂ ਹੁੰਦੀਆਂ ਨੇ, ਕਈਆਂ ਦੀਆਂ ਆਪਦੀਆਂ ਅਰਦਾਸਾਂ ਬੇਨਤੀਆਂ ਹੁੰਦੀਆਂ, ਮਹਾਰਾਜ ਨੇ ਆਹ ਬਖਸ਼ਿਸ਼ਾਂ ਕੀਤੀਆਂ, ਮੈਂ ਸਮਾਗਮ ਤੇ ਸੇਵਾ ਕਰੂੰਗਾ, ਇੱਦਾਂ ਕਰੂੰਗਾ। ਸੋ ਉਹ ਸਾਰੇ ਇੱਥੇ ਪਹੁੰਚੇ ਨੇ। ਆਓ ਸਾਰੇ ਆਪਣੀਆਂ ਚਿੱਤ ਵਿਰਤੀਆਂ ਨੂੰ ਇਕਾਗਰ ਕਰੀਏ ਥੋੜ੍ਹੇ ਸਮੇਂ ਵਾਸਤੇ ਹੋਰ, ਭਾਵੇਂ ਤੁਸੀਂ ਆਪ ਜੀ ਬਹੁਤ ਚਿਰ ਤੋਂ ਬੈਠੇ ਹੋ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10:30 ਵਜੇ ਕੀਰਤਨ ਸ਼ੁਰੂ ਹੋ ਗਏ ਸੀ। ਉਦੋਂ ਤੋਂ ਲਾ ਕੇ ਕਵੀਸ਼ਰੀ ਜਤੇ ਢਾਡੀ ਕਥਾਵਾਚਕ ਅਤੇ ਆਪਣੇ ਰਤਵਾੜਾ ਸਾਹਿਬ ਤੋਂ ਜਥਾ ਆਇਆ, ਉਹਨਾਂ ਨੇ ਹਾਜ਼ਰੀ ਭਰੀ। ਰੰਧਾਵੇ ਵਾਲੇ ਮਹਾਂਪੁਰਖਾਂ ਨੇ ਤਕਰੀਬਨ 1 ਘੰਟੇ ਵਾਸਤੇ ਆਪ ਜੀ ਨੂੰ ਗੁਰਬਚਨਾਂ ਦੇ ਨਾਲ ਨਿਹਾਲ ਕੀਤਾ। ਉਸ ਤੋਂ ਬਾਅਦ ਬਹੁਤ ਹੀ ਪਿਆਰ ਵਾਲੇ ਮਹਾਂਪੁਰਖਾਂ ਨਾਲ ਅਤੀ ਪਿਆਰ ਕਰਨ ਵਾਲੇ ਸੂਬੇਦਾਰ ਸਰਦਾਰ
ਮੱਖਣ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਬੜੇ ਹੀ ਪਿਆਰ ਦੇ ਨਾਲ ਸਾਰੀਆਂ ਗੱਲਾਂ ਸਮਝਾਈਆਂ। ਤਕਰੀਬਨ ਹਰ ਸਾਲ ਹੀ ਇਹ ਇੱਥੇ ਪਹੁੰਚਦੇ ਨੇ। ਸੋ ਬਹੁਤ ਧੰਨਵਾਦ ਸਾਰਿਆਂ ਦਾ, ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਨੇ ਪਿਆਰ ਦੇ ਨਾਲ ਹਾਜ਼ਰੀਆਂ ਭਰੀਆਂ ਨੇ। ਆਓ ਜਿੰਨਾ ਕੁ ਆਪਣੇ ਕੋਲੇ ਸਮਾਂ ਹੈ ਉਸ ਸਮੇਂ ਨੂੰ ਵੀ ਸਫਲਾ ਕਰੀਏ। ਜਿਨ੍ਹਾਂ ਦੀ ਯਾਦ ਦੇ ਵਿੱਚ ਆਪਾਂ ਇਹ ਸਮਾਗਮ ਕਰ ਰਹੇ ਹਾਂ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ, ਕੀ ਉਹਨਾਂ ਬਾਰੇ ਬਿਆਨ ਕਰੀਏ ਕਿ ਜ਼ਬਾਨ ਬਿਆਨ ਕਰ ਨਹੀਂ ਸਕਦੀ। ਜੋ ਉਹਨਾਂ ਨੇ ਕਮਾਈਆਂ ਉਹ ਤਾਂ ਧੁਰੋਂ ਹੀ ਬਖਸ਼ੀਆਂ ਹੋਈਆਂ ਰੂਹਾਂ ਸਨ, ਪਰ ਇੱਥੇ ਆ ਕੇ ਵੀ ਉਹਨਾਂ ਨੇ ਉਹ ਪੂਰਨੇ ਪਾਏ। ਆਪ ਅੱਗੇ ਲੱਗ ਕੇ ਸਿਮਰਨ ਦੇ ਵਿੱਚ ਬੈਠਣਾ, ਤਾਂ ਕਿ ਅਸੀਂ ਉਹਨਾਂ ਨੂੰ ਦੇਖ ਕੇ ਨਾਲ ਹੋਰ ਸੰਗਤਾਂ ਬੈਠਣ ਲੱਗ ਗਈਆਂ, ਹੋਰ ਗੁਰਸਿੱਖ ਬੈਠਣ ਲੱਗ ਗਏ। ਐਂ ਕਹਿ ਲੋ ਕਲਰ ਧਰਤੀਆਂ ਵੀ ਉਹਨਾਂ ਦੇ ਵਿੱਚ ਵੀ ਹਰਿਆਵਲ ਪੈਦਾ ਕਰ ਦਿੱਤੀ। ਕਲਰਾਂ ਦੇ ਵਿੱਚ ਜਿਹੜੇ ਸੁੱਕੇ ਪਏ ਸੀ ਨਾ, ਹਿਰਦੇ ਸੁੱਕੇ ਬਿਲਕੁਲ ਹੀ, ਜਿੱਥੇ ਬੰਦਗੀ ਭਗਤੀ ਸੇਵਾ ਸਿਮਰਨ ਚੰਗੇ ਗੁਣ ਦਾ ਨਾਮੋ ਨਿਸ਼ਾਨ ਨਹੀਂ ਸੀ, ਜਿੱਥੇ ਪੱਥਰ ਵਰਗੀ ਹਿਰਦਾ ਪਿਆ ਸੀ ਜਿਹੜਾ, ਜਿੱਥੇ ਕੁਝ ਵੀ ਨਹੀਂ ਸੀ, ਔਗਣੀ ਔਗਣ ਸੀ ਇਕੱਲੇ। ਤੇ ਜਦੋਂ ਉਹਨਾਂ ਦਾ ਮਲਾਪ ਹੁੰਦਾ, ਮਲਾਪ ਤੇ ਉਹਨਾਂ ਦੇ ਰਸਨਾ ਤੋਂ ਨਿਕਲੇ ਬਚਨ ਜਦੋਂ ਆ ਕੰਨਾਂ ਵਿੱਚ ਪੈਂਦੇ, ਜਿਵੇਂ ਅਸਮਾਨ ਤੋਂ ਮੀਂਹ ਪੈ ਜਾਂਦਾ ਨਾ, ਤੇ ਰੜੇ ਥਾਵਾਂ ਦੇ ਉੱਤੇ ਵੀ ਹਰਿਆਵਲ ਹਰੀ ਹੋਏ ਆਉਂਦੀ ਹੈ। ਜਿੱਥੇ ਕੁਛ ਨਹੀਂ ਕਿਸੇ ਨੇ ਬੀਜਿਆ ਹੁੰਦਾ ਨਾ, ਉੱਥੇ ਵੀ ਹਰਿਆਵਲ ਹੀ ਹਰਿਆਵਲ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਮਹਾਂਪੁਰਖਾਂ ਦੀ ਰਸਨਾ ਤੋਂ, ਜਿਹਦੇ ਅੰਦਰ ਉਹਨਾਂ ਦਾ ਬਚਨ ਅੰਮ੍ਰਿਤ ਦਾ ਭਿੱਜਿਆ ਹੋਇਆ ਬਚਨ ਜਿਨ੍ਹਾਂ ਦੇ ਕੰਨ 'ਚ ਪੈ ਗਿਆ ਨਾ, ਤੇ ਉਹਦੇ ਹਿਰਦੇ ਨੂੰ ਰੰਗ ਦਿੰਦੇ ਸੀ। ਐਵੇਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਦੁਨੀਆ ਨੂੰ ਤਾਰਿਆ, ਇੱਕ ਪੀਰ ਦੇ ਮੁਰੀਦ ਲੱਖਾਂ ਪੀਰ ਹੋ ਗਏ। ਜੇ ਝਾਕਿਆ ਜਾਵੇ ਸੰਸਾਰ ਵੱਲ, ਦੇਖਿਆ ਜਾਵੇ, ਜਿਨ੍ਹਾਂ ਦਾ ਮਹਾਂਪੁਰਖਾਂ ਦੇ ਨਾਲ ਮਿਲਾਪ ਹੋਇਆ ਹੈਗਾ, ਕਿੰਨੇ ਮਹਾਂਪੁਰਖ ਹੋਏ ਨੇ। ਲਾਹੌਰਾ ਸਾਹਿਬ ਵਾਲੇ ਮਹਾਂਪੁਰਖਾਂ ਵੱਲ ਆਪਾਂ ਦੇਖਦੇ ਹਾਂ, ਪੰਜ ਗਰਾਈਆਂ ਵਾਲੇ ਮਹਾਂਪੁਰਖਾਂ ਵੱਲ ਦੇਖਦੇ ਹਾਂ, ਭਿੱਖੀ ਵਾਲੇ ਮਹਾਂਪੁਰਖਾਂ ਵੱਲ ਦੇਖਦੇ ਹਾਂ, ਰਤਵਾੜਾ ਸਾਹਿਬ ਵਾਲੇ ਮਹਾਂਪੁਰਖਾਂ ਗਿਣਨ ਲੱਗ ਜਾਈਏ ਤੇ ਗਿਣਤੀ ਨਹੀਂ ਕੋਈ ਕਰ ਸਕਦਾ। ਤੇ ਇਹੋ ਜਿਹੇ ਗੁਪਤ ਵੀ ਮਹਾਂਪੁਰਖ ਹੋਏ। ਇੱਕ ਵਾਰੀ ਅਸੀਂ ਤਰਨ ਤਾਰਨ ਕਿਸੇ ਦੇ ਘਰ ਗਏ ਕੀਰਤਨ ਕਰਨ, ਉਹਨਾਂ ਨੇ, ਉਹ ਸੰਤ ਬਾਬਾ ਕਰਤਾਰ ਸਿੰਘ ਜੀ ਹੋਏ ਨੇ, ਤੇ ਉਹ ਮਿਸਤਰੀਆਂ ਦਾ ਘਰ ਸੀ ਜਿੱਥੇ ਉਹ ਰਹੇ, ਕਿ ਉਹਨਾਂ ਨੇ ਬੰਦਗੀ ਕੀਤੀ, ਕਿਸੇ ਨੂੰ ਨਹੀਂ ਦੱਸਿਆ। ਜ਼ਿਮੀਂਦਾਰ ਸੀਗੇ ਉਹ, ਆਪ ਦਾ ਸਾਰਾ ਘਰ ਦਾ ਜਿਹੜਾ ਸੀ ਜ਼ਮੀਨ ਜਾਇਦਾਦ ਦੇ ਕੇ ਪੁੱਤਰਾਂ ਨੂੰ ਸਭ ਨੂੰ ਕਹਿ ਕੇ ਨਾ ਸਾਰਾ ਕੁਝ ਕਰਾਈ ਗਏ, ਨਾਂ ਨੂੰ ਉਹਨਾਂ ਦੇ ਕਰਾ ਕੇ। ਉਸ ਤੋਂ ਬਾਅਦ ਕਹਿੰਦੇ ਬਸ ਉਹਨਾਂ ਨੂੰ ਫਤਿਹ ਬੁਲਾਤੀ, ਮੁੜ ਕੇ ਲੱਭੇ ਹੀ ਨਹੀਂ ਉਹ ਕਿੱਥੇ ਹੈ। ਤੇ ਉਹ ਉਹਨਾਂ ਦੇ ਘਰ, ਮਿਸਤਰੀਆਂ ਦੇ ਘਰ ਉੱਥੇ ਰਹਿ ਕੇ ਉਹਨਾਂ ਨੇ, ਉਹਨਾਂ ਦਾ ਹਾਰਮੋਨੀਅਮ ਵੀ ਪਿਆ ਘਰੇ, ਉਹਨਾਂ ਦੇ ਅੰਦਰ ਹੀ ਇਕੱਲੇ ਹੀ ਕੀਰਤਨ ਕਰ ਲੈਂਦੇ ਹੁੰਦੇ ਸੀਗੇ। ਤੇ ਉਹਨਾਂ ਦੇ ਇੰਨਾ, ਉਹਨਾਂ ਦੇ ਘਰ ਦੇ ਵਿੱਚ ਸੋਨਾ ਛਾਪਾਂ ਪਤਾ ਨਹੀਂ ਕੀ ਕੁਛ ਪਿਆ ਮਹਾਂਪੁਰਖਾਂ ਦਾ, ਉੱਥੇ ਹੀ ਪਿਆ ਉਵੇਂ ਹੀ। ਬਾਅਦ ਵਿੱਚ ਫਿਰ ਜਿਹੜੇ ਸੀ ਨਾ, ਉਹ ਉੱਥੇ ਉਹਨਾਂ ਨੇ ਬੰਦਗੀ ਕੀਤੀ ਉਸ ਘਰ ਦੇ ਵਿੱਚ, ਤੇ ਗੁਪਤ ਰਹਿ ਕੇ ਕੀਤੀ, ਕਿ ਛੋਟਾ ਜਿਹਾ ਕਮਰਾ ਸੀ ਬਸ, ਉਹਦੇ 'ਚ ਹੀ ਉਹ ਰਹਿੰਦੇ ਰਹੇ ਐ। ਕਹਿੰਦੇ 2-2 ਮਹੀਨੇ 3-3 ਮਹੀਨੇ ਬਾਹਰ ਨਹੀਂ ਸੀ ਆਉਂਦੇ, 2-2 3-3 ਮਹੀਨੇ ਕਿਤੇ ਉਹਨਾਂ ਨੇ ਫਿਰ ਆਉਣਾ, ਤੇ ਉੱਥੇ ਹੀ ਬਸ ਉਹਨਾਂ ਦੇ ਵਿਹੜੇ ਬੂੜੇ ਚੋਂ ਗੇੜਾ ਦੇ ਕੇ ਫਿਰ ਅੰਦਰ ਚਲੇ ਜਾਣਾ। ਫਿਰ ਹੌਲੀ ਹੌਲੀ ਜੋ ਬਾਣੀ ਕਹਿੰਦੀ ਹੈ, ਪ੍ਰਗਟ ਹੋ ਜਾਂਦੇ ਨੇ ਛੁਪਦੇ ਨਾ ਭਗਤ ਹਰੀ ਦੇ। ਫਿਰ ਪਿੱਛੋਂ ਜੇ ਆ ਕੇ ਥੋੜਾ ਜਿਹਾ ਚਿਰ ਉਹ ਸਰੀਰ ਛੱਡਣ ਤੋਂ ਪਹਿਲਾਂ ਉਹ ਆਪਣਾ ਉਹਨਾਂ ਨਾਲ ਪ੍ਰਗਟ ਹੋਏ, ਸੰਗਤ ਨੂੰ ਪਤਾ ਲੱਗ ਗਿਆ, ਇਲਾਕੇ ਨੂੰ ਪਤਾ ਲੱਗ ਗਿਆ, ਤੇ ਫਿਰ ਬਾਅਦ ਵਿੱਚ ਉਹਨਾਂ ਦੇ ਘਰ ਹੀ ਉੱਥੇ ਉਹਨਾਂ ਨੇ ਉੱਥੇ ਹੀ ਸਰੀਰ ਛੱਡਿਆ। ਵੀ ਇਹੋ ਜਿਹੇ ਮਹਾਂਪੁਰਖ ਵੀ ਹੋਏ। ਚਿੱਟੀ ਉਹਨਾਂ ਦੀ ਦਸਤਾਰ ਬੰਨੀ ਹੁੰਦੀ, ਉਹਨਾਂ ਦੀ ਸਰੂਪ ਵੀ ਆ ਉੱਥੇ। ਵੀ ਆਹ ਮਹਾਂਪੁਰਖ ਉਹਨਾਂ ਨੇ ਦੱਸਿਆ ਸਾਰਾ, ਵੀ ਸਾਡੇ ਘਰ 'ਚ ਹੀ ਰਹੇ ਨੇ ਸੀ। ਸਾਨੂੰ ਕਿਹਾ ਸੀ ਵੀ ਦੱਸਣਾ ਕਿਸੇ ਨੂੰ ਕੁਛ ਨਹੀਂ, ਵੀ ਸਾਡੇ ਬਾਰੇ, ਅਸੀਂ ਹੁਣ ਰਹਿ ਕੇ ਇੱਥੇ ਬੰਦਗੀ ਵੀ ਕਰਨੀ ਹੈ। ਗੁਪਤ ਪਤਾ ਨਹੀਂ ਕਿੰਨੇ ਕੁ ਨੇ, ਕਿੰਨੀਆਂ ਕੁ ਬੀਬੀਆਂ ਭੈਣਾਂ ਨੇ, ਕਿੰਨੇ ਕੁ ਜਿਹੜੇ ਭਾਈਆਂ ਦੇ ਵਿੱਚੋਂ ਜਿਨ੍ਹਾਂ ਦੇ ਜੀਵਨ ਬਿਲਕੁਲ ਬਾਣੀ ਅਨੁਸਾਰ, ਜਿਨ੍ਹਾਂ ਦੇ ਘਰਦਿਆਂ ਨੂੰ ਵੀ ਪਤਾ ਨਹੀਂ ਕਿ ਸਾਡੇ ਪਿਤਾ ਦੀ ਕੀ ਅਵਸਥਾ ਹੈ, ਜਿਨ੍ਹਾਂ ਦਾ ਸੰਤ ਮਹਾਰਾਜ ਜੀ ਦੇ ਨਾਲ ਜਿਨ੍ਹਾਂ ਨੇ ਸੰਗ ਕੀਤਾ।
ਇੱਕ ਪੀਰ ਦੇ ਮਰੀਦ ਲੱਖਾਂ ਪੀਰ ਹੋ ਗਏ, ਕੋਈ ਗਿਣਤੀ ਨਹੀਂ ਕਰ ਸਕਦਾ। ਐਸਾ ਸੀ ਉਹਨਾਂ ਦਾ। ਆਪ ਉਹਨਾਂ ਨੇ ਚੌਕੜਾ ਮਾਰ ਕੇ ਬੈਠਣਾ ਤੇ ਮਗਰ ਨਾਲ ਫਿਰ ਸਾਰੇ ਸੇਵਾਦਾਰਾਂ ਨੇ ਬੈਠਣਾ। ਫਿਰ ਹੌਲੀ ਹੌਲੀ ਸਮਾਧੀਆਂ ਲਾਉਂਦੇ ਲਾਉਂਦੇ, ਕਿਉਂਕਿ ਉਹਨਾਂ ਦੇ ਬਚਨ ਅੱਜ ਵੀ ਜਿਹੜੇ ਬਚਨ ਨੇ ਨਾ ਸੰਤ ਮਹਾਰਾਜ ਜੀ ਦੇ, ਤੁਸੀਂ ਅੱਜ ਦਾ ਪ੍ਰਚਾਰ ਸੁਣ ਕੇ ਦੇਖਿਓ, ਭੜਕੋਣਗੇ, ਮਨ ਭੜਕੇਗਾ, ਮਨ ਦੇ ਵਿੱਚ ਟਿਕਾ ਨਹੀਂ ਆਵੇਗਾ। ਉਹ ਇੱਕ ਮਹਾਂਪੁਰਖ ਨੇ, ਹੈ ਤਾਂ ਅਨਪੜ੍ਹ ਜੇ, ਉਹ ਕਹਿੰਦੇ ਪਿਆਰਿਓ ਤੁਸੀਂ ਸੰਤ ਮਹਾਰਾਜ ਜੀ ਦੇ ਬਚਨ ਸੁਣ ਕੇ ਦੇਖੋ, ਜਿਉਂ-ਜਿਉਂ ਸੁਣੋਗੇ ਤਿਉਂ-ਤਿਉਂ ਅੰਦਰ ਨੂੰ ਜੁੜਦੇ ਆਓਗੇ। ਅੱਜ ਵੀ ਉਹਨਾਂ ਦੇ ਬਚਨ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ। ਸੋ ਆਓ ਉਹ ਮਹਾਂਪੁਰਖ ਜਿਨ੍ਹਾਂ ਦੀ ਆਪਾਂ ਯਾਦ ਮਨਾਉਣੇ ਆ, ਜਿਨ੍ਹਾਂ ਦੇ ਕੋਲੋਂ ਉਪਦੇਸ਼ ਆਪਣੇ ਮਹਾਂਪੁਰਖਾਂ ਨੂੰ ਮਿਲਿਆ, ਉਹਨਾਂ ਦੀ ਖੁਸ਼ਬੂ ਸਾਡੇ ਤੱਕ ਪਹੁੰਚੀ। ਮਹਾਂਪੁਰਖਾਂ ਨੇ ਉਹਨਾਂ ਦਾ ਉਪਦੇਸ਼ ਕਮਾਇਆ ਅਤੇ ਉਹਦੇ ਹਿੱਸੇ ਵਿੱਚੋਂ ਸਾਨੂੰ ਹਿੱਸਾ ਮਿਲਿਆ। ਸਾਨੂੰ ਵੀ ਕਿਣਕਾ ਮਿਲਿਆ। ਕਿੱਡੇ ਕਿੱਡੇ ਸਾਡੇ ਕਾਰਜ ਰਾਸ ਹੋਏ, ਕਿਉਂਕਿ ਬਾਣੀ ਕਹਿੰਦੀ ਹੈ ਜੋ ਤੁਧ ਸੱਚ ਤੇ ਆਏਂਦੇ ਸੇ ਵਿਰਲੇ ਥੋੜੇ, ਜੋ ਮਨ ਚਿਤ ਇੱਕ ਅਰਾਧ ਦੇ ਤਿਨਕੀ ਵਰਕਤ ਖਾਏ ਅਸੰਖ ਕਰੋੜੇ। ਅੱਜ ਵੀ ਦੁਨੀਆ ਦੇ ਕੋਨੇ-ਕੋਨੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ, ਉਹਨਾਂ ਦੇ ਦਿਹਾੜੇ ਮਨਾਏ ਜਾਂਦੇ ਨੇ, ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਸੰਤ ਬਾਬਾ ਠਾਕੁਰ ਸਿੰਘ ਜੀ ਆਪਣੇ ਇੱਕ ਵਾਰ ਕਹਿੰਦੇ ਉਹ ਵਿਦੇਸ਼ ਵਿੱਚ ਇੰਗਲੈਂਡ ਦੀ ਧਰਤੀ ਤੇ ਗਏ, ਉੱਥੇ ਸੰਤ ਮਹਾਰਾਜ ਜੀ ਦਾ ਸਰੂਪ ਦੇਖਿਆ। ਕਹਿੰਦੇ ਉਹਨਾਂ ਨੇ ਇਉਂ ਚੱਕ ਕੇ ਨਾ ਤੇ ਫਿਰ ਉਹਨਾਂ ਨੇ ਪਰਨੇ ਦੇ ਨਾਲ ਉਹ ਜਿਹੜਾ ਸੀ ਉਹਦਾ ਸਾਫ਼ ਕੀਤਾ, ਉਸ ਨੂੰ ਮਸਤਕ ਨੂੰ ਲਾਇਆ ਤੇ ਆਪਦੇ ਜਿੰਨੇ ਕੁ ਉਹਨਾਂ ਦੇ ਨਾਲ ਸਿੰਘ ਸੀ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਇਹ ਰੱਬ ਸੀ, ਰੱਬ ਇਹ ਰੱਬ ਸੀ, ਰੱਬ ਸਨ ਇਹ। ਕਿਉਂਕਿ ਉਹਨਾਂ ਨੂੰ ਪਤਾ ਹੈ ਗੁਰੂ ਪਾਤਸ਼ਾਹ ਮਹਾਰਾਜ ਕੀ ਕਹਿੰਦੇ ਨੇ, ਉਹ ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ। ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ। ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, 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 ਵਿਸਰੇ ਨਾ ਨਾਮ ਜਿਨ੍ਹਾਂ ਨੂੰ। ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ। ਵਿਸਰੇ ਨਾ ਨਾਮ ਜਿਨ੍ਹਾਂ ਨੂੰ। ਜਨ ਕੀ ਮਹਿਮਾ ਕੀਤ ਕਵਰ ਨੂੰ, ਜੋ ਆਪਣੇ ਪ੍ਰਭ ਭਾਣੇ।
ਜਿਹੜੇ ਉਹਨੂੰ ਭਾ ਗਏ ਉਹਨਾਂ ਦੀ ਕੀ ਵਡਿਆਈ ਕੋਈ ਕਰ ਸਕਦਾ। ਆਪਣੇ ਮਹਾਂਪੁਰਖ ਗਏ ਹੋਏ ਸੀ ਕੈਨੇਡਾ, ਤੇ ਇਉਂ ਲੱਗੇ ਵੀ ਸੁੰਨ ਵਰਤੀ ਪਈ ਐ ਇੱਥੇ। ਕਈ ਮਹੀਨੇ ਇਧਰੋਂ ਚਿੱਠੀਆਂ ਪਾਉਣੀਆਂ, ਇੰਨਾ ਸਾਰਿਆਂ ਨੇ ਯਾਦ ਕਰਨਾ, ਸੰਗਤਾਂ ਨੇ ਯਾਦ ਕਰਨਾ, ਕਿਤੇ ਫੋਨ ਆਉਣਾ। ਸੋ ਆਓ ਵਿਚਾਰ ਕਰਦੇ ਸੀਗੇ, ਸਮਾਂ ਬੜਾ ਸੀਮਤ ਹੈ। ਇੱਥੇ ਆਪਣੇ ਸੰਤ ਮਹਾਰਾਜ ਜੀ, ਸਾਡੇ ਬੜੇ ਪਿਆਰ ਵਾਲੇ ਸ਼੍ਰੀਮਾਨ ਜੀ ਰਾੜਾ ਸਾਹਿਬ ਵਾਲੇ ਸੰਤ ਬਾਬਾ ਬਲਵੰਤ ਸਿੰਘ ਜੀ, ਜਿਨ੍ਹਾਂ ਨੇ ਸਾਰੀ ਜ਼ਿੰਦਗੀ, ਜਿਵੇਂ ਆਪਾਂ ਇਤਿਹਾਸ ਪੜ੍ਹਦੇ ਹਾਂ, ਤੀਜੇ ਪਾਤਸ਼ਾਹ ਮਹਾਰਾਜ ਜੀ ਨੇ ਸੇਵਾ ਕੀਤੀ। ਸੇਵਾ, ਕਿਉਂਕਿ ਸੇਵਾ ਦਾ ਜਿਹੜਾ ਦਰਜਾ ਨਾ ਉਹ ਬਹੁਤ ਵੱਡਾ ਹੈ। ਗੁਰੂ ਪਾਤਸ਼ਾਹ ਮਹਾਰਾਜ ਆ ਜਿਹੜੀ ਸੇਵਾ ਕਰਕੇ ਨਾ, ਭਾਂਡੇ ਮਾਂਜਦੇ ਆ ਆਪਾਂ, ਜਿਹੜੀ ਆ ਸੰਗਤ ਦੀ ਸੇਵਾ ਕਰਨੀ, ਟੋਕਰੀਆਂ ਚੁੱਕਣ ਵਾਲੇ, ਇੱਥੇ ਮਿੱਟੀ ਦੀਆਂ ਟੋਕਰੀਆਂ ਚੁੱਕਣ ਵਾਲੇ ਜਤੀਮ ਰਾਮਦਾਸ ਗੁਰੂ ਪਾਤਸ਼ਾਹ ਚੌਥੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਮਾਂ ਨਹੀਂ, ਪਿਓ ਨਹੀਂ, ਬਿਲਕੁਲ ਘਰ ਦੇ ਵਿੱਚ ਅੱਤ ਦੀ ਗਰੀਬੀ, ਤੇ ਸਿਰ ਤੇ ਟੋਕਰੀਆਂ ਢੋਣ ਵਾਲੇ ਕਰੋੜਾਂ ਬ੍ਰਹਮੰਡਲਾਂ ਦੇ ਮਾਲਕ ਬਣ ਗਏ। ਕਿੱਥੇ ਲੈ ਜਾਂਦੀ ਹੈ ਸੇਵਾ। ਤੀਜੇ ਪਾਤਸ਼ਾਹ ਮਹਾਰਾਜ ਸੇਵਾ ਕਰਦੇ, ਭਾਂਡੇ ਮਾਂਜਦੇ, ਤੱਪੜ ਝਾੜਦੇ, ਲੋਕਾਂ ਦੇ ਮਿਹਣੇ ਵੀ ਲੈਂਦੇ। ਬਹੁਤ ਕੁਛ ਕਹਿੰਦੀ ਹੈ ਦੁਨੀਆ। ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੀ ਸੇਵਾ ਕਰਦੇ ਕਰਦੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਨਾ ਹਉਮੈ ਵਿੱਚੋਂ ਜਾਏ। ਸੇਵਾ ਕਰਦੇ 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 ਰੱਬ ਬਣ ਗਏ। ਰੱਬ ਸਭ ਦੇ ਮਾਲਕ ਬਣ ਗਏ, ਸਭ ਤੋਂ ਉੱਚੀ ਪਦਵੀ ਤੇ ਚਲੇ ਗਏ। ਐਦੂ ਉੱਪਰ ਦੀ ਕਿਹੜੀ ਪਦਵੀ ਹੈ। ਤੀਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਣ ਗਏ। ਸੇਵਾ ਬਹੁਤ ਉੱਚੀ ਜਿਹੜੀ ਹੈ ਗੁਰੂ ਘਰ ਦੇ ਵਿੱਚ ਦੁਨੀਆ ਸੇਵਕ ਕਮਾਈ ਹੈ ਤਾਂ ਦਰਗਾਹ ਵੈਸਨ ਪਾਈ ਹੈ। ਕਿੰਨੀਆਂ ਕੁ ਬਖਸ਼ਾਂ ਆ ਜਾਂਦੀਆਂ ਸੇਵਾ ਕਰਨ ਵਾਲੇ ਦੇ ਕੋਲੇ। ਸ਼੍ਰੀਮਾਨ ਜੀ ਨੇ ਸੇਵਾ ਕੀਤੀ ਰਾੜਾ ਸਾਹਿਬ, ਤੇ ਇੱਥੇ ਆਏ ਛਾਹੜ, ਤੇ ਅਸੀਂ ਬਾਬਾ ਜੀ ਤੋਂ ਆਗਿਆ ਲਈ ਵੀ ਅਸੀਂ ਉਹਨਾਂ ਮਹਾਂਪੁਰਖਾਂ ਨੇ ਇੱਥੇ ਆਉਣਾ ਹੈ, ਰਾੜਾ ਸਾਹਿਬ ਵਾਲੇ ਸ਼੍ਰੀਮਾਨ ਜੀ ਨੇ, ਵੀ ਅਸੀਂ ਉਹਨਾਂ ਦੇ ਦਰਸ਼ਨ ਕਰੇ ਆਈਏ ਛਾਹੜ ਜਾ ਕੇ। ਕਹਿੰਦੇ ਇੱਥੇ ਵੀ ਬੁਲਾਓ ਅਸਥਾਨ ਦੇ ਉੱਤੇ, ਇੱਥੇ ਵੀ ਉਹਨਾਂ ਦੇ ਚਰਨ ਪਵਾਉਣੇ ਆ। ਅਸੀਂ ਬੇਨਤੀ ਕਰਾਂਗੇ। ਅਸੀਂ ਉੱਥੇ ਛਾਹੜ ਚਲੇ ਗਏ ਵੀ ਮਹਾਂਪੁਰਖਾਂ ਨੂੰ ਬੇਨਤੀ ਕਰਾਂਗੇ, ਉਹਨਾਂ ਦੇ ਸਿੰਘਾਂ ਨੂੰ ਮਿਲੇ। ਤੇ ਸੰਤ ਮਹਾਰਾਜ ਜੀ ਕੁਰਸੀ ਤੇ ਬੈਠੇ, ਸ਼੍ਰੀਮਾਨ ਜੀ ਉਹ ਕੁਰਸੀ ਤੇ ਬਹਿ ਕੇ ਸੰਗਤ ਨੂੰ ਮਿਲ ਰਹੇ ਸੀਗੇ। ਕੋਈ ਮੰਗਦਾ, ਕੁਛ ਮੰਗਦਾ ਵੀ ਕਿਵੇਂ ਦਾਤਾਂ ਵੰਡਦੇ ਆ ਰੱਬ ਦੇ ਪਿਆਰੇ, ਕਿੱਡੇ ਕੁ ਖਜ਼ਾਨੇ 'ਚ ਉਹਨਾਂ ਦਾ ਹੱਥ ਪੈਂਦਾ ਹੈ, ਇਹ ਜ਼ੁਬਾਨ ਬਿਆਨ ਨਹੀਂ ਕਰ ਸਕਦੀ। ਆ ਜਿਹੜਾ ਆਪਣੇ ਸਾਹਮਣੇ ਖੇਤ ਆ ਨਾ, ਆ ਸੜਕ ਦੇ ਨਾਲ ਹੀ ਭਾਈ ਪ੍ਰਗਟ ਸਿੰਘ, ਇਹ ਮੈਂ ਇਹਨਾਂ ਨੂੰ ਜਾਣਦਾ ਸੀ, ਕਿਉਂਕਿ ਮੈਨੂੰ ਵੀ ਥੋੜਾ ਸਮਾਂ ਹੋਇਆ ਸੀ, ਸਾਰਿਆਂ ਨੂੰ ਤਾਂ ਮੈਂ ਜਾਣਦਾ ਨਹੀਂ ਸੀ। ਮੈਂ ਕਿਹਾ ਵੀ ਆਹ ਤਾਂ ਸਾਡੇ ਖੇਤ, ਆਪਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੇਤ ਵਾਲੇ ਐ। ਇਹ ਜਦੋਂ ਮਿਲੇ ਨਾ ਸੰਤਾਂ ਨੂੰ, ਸ਼੍ਰੀਮਾਨ ਜੀ ਨੂੰ, ਕਹਿੰਦੇ ਜੀ ਪੁੱਤਰ ਦੀ ਦਾਤ ਬਖਸ਼ੋ। ਤੇ ਉਹਨਾਂ ਨੇ ਉਹ ਕਰਕੇ ਚੱਕ ਕੇ ਫਲ ਉਹਨਾਂ ਦੀ ਝੋਲੀ 'ਚ ਪਾਇਆ। ਕਹਿਣ ਲੱਗੇ ਚੰਗਾ ਐ ਕਰਿਓ, ਜਦ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਤੀ ਨਾ, ਤੇ ਰਾੜਾ ਸਾਹਿਬ ਅਖੰਡ ਪਾਠ ਸਾਹਿਬ ਕਰਾਇਆ, ਉਹ ਸ਼ੁਕਰਾਨਾ ਕਰਿਆਓ। ਸੋ ਇਹ ਮਹਾਂਪੁਰਖਾਂ ਨੇ ਉੱਥੇ ਉਹ ਬਚਨ ਕੀਤੇ। ਤੇ ਮੈਨੂੰ ਇਦਾਂ ਸੀ ਵੀ ਮੈਂ ਇਹਨਾਂ ਨੂੰ ਜਾਣਦਾ ਵੀ ਚੱਲ ਮਹਾਂਪੁਰਖਾਂ ਨੇ ਇਹ ਬਚਨ ਤਾਂ ਕਰਤਾ, ਮੇਰੇ ਅੰਦਰ ਸੀ ਵੀ ਦੇਖਾਂਗੇ ਇਹ ਪੂਰਾ ਹੋਊਗਾ, ਵੀ ਇਹਨਾਂ ਨੂੰ ਤਾਂ ਮੈਂ ਜਾਣਦਾ।
ਤੇ ਸੱਚਮੁੱਚ ਹੀ ਗੁਰੂ ਪਿਆਰਿਓ ਸੰਤਾਂ ਵਿਰਥੇ ਨਾ ਜਾਂਦੇ ਜੀ, ਸੰਤਾਂ ਦੇ ਬੋਲ ਬੋਲੇ। ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਇਹਨਾਂ ਦੇ ਘਰ ਪੁੱਤਰ ਹੋਇਆ, ਜੋ ਅੱਜ ਗੁਰੂ ਮਹਾਰਾਜ ਦੀ ਕਿਰਪਾ, ਹੁਣ ਤਾਂ ਗੱਭਰੂ ਹੋ ਗਿਆ, ਦਾੜੀ ਆ ਗਈ ਉਹਦੀ, ਹੁਣ ਤਾਂ ਕਾਫੀ ਚਿਰਾਂ ਦੀ ਗੱਲ ਹੈ। ਸੋ ਜਿਹੜੇ ਮਹਾਂਪੁਰਖ ਹੁੰਦੇ ਨਾ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੀ। ਰੱਬ ਦੇ ਪਿਆਰਿਆਂ ਦੇ ਇਤਿਹਾਸ ਭਰੇ ਪਏ ਨੇ। ਕਹਿੰਦੇ ਸੰਤ ਮਹਾਰਾਜ ਜੀ ਇੱਕ ਵਾਰ ਦੀਵਾਨ ਲਾਉਣ ਲੰਘਦੇ ਆ ਤੇ ਉੱਥੇ ਇੱਕ ਠੇਕੇਦਾਰ ਪੁਲ ਬਣਾ ਰਿਹਾ। ਉਹ ਜਿਹੜਾ ਪੁਲ ਬਣਾ ਰਿਹਾ ਨਾ ਨਹਿਰ ਦਾ, ਉਹਦਾ ਠੇਕਾ ਲਿਆ ਤੇ ਉਹਨੂੰ ਸਮਾਂ ਦਿੱਤਾ ਵੀ ਇੰਨੇ ਸਮੇਂ ਦੇ ਵਿੱਚ ਪੁਲ ਬਣਾ ਦੀ, ਫਿਰ ਅਸੀਂ ਨਹਿਰ ਛੱਡਣੀ ਹੁੰਦੀ ਹੈ, ਪਾਣੀ ਛੱਡਣਾ ਹੁੰਦਾ। ਉਹ ਕਹਿੰਦਾ ਮੈਂ ਬਣਾ ਦੂੰਗਾ। ਉਹ ਕੀ ਹੋਇਆ, ਜਿਹੜੀਆਂ ਥੱਲੇ ਖੂਹੀਆਂ ਜਾਂਦੀਆਂ ਹੁੰਦੀਆਂ ਨੇ ਨਾ, ਉਹ ਖੂਹੀ ਇੱਕ ਅੜਗੀ ਥੱਲੇ ਨਾ ਜਾਵੇ। ਤੁਸੀਂ ਦੇਖਿਆ ਹੋਣਾ, ਪਹਿਲਾਂ ਬੋਰ ਕਰਦੇ ਹੁੰਦੇ, ਕਈ ਵਾਰੀ ਨਾ ਉਹ ਜਿਹੜੇ ਪੈਪ ਉੱਤੇ ਬੋਰੀਆਂ ਮਿੱਟੀ ਦੀਆਂ ਭਰ ਭਰ ਕੇ ਧਰਦੇ, ਉਸ ਕੰਜੇ ਜਿਹੇ ਲਾ ਕੇ 10-10 ਬੋਰੀਆਂ ਦਾ ਭਾਰ ਮਿੱਟੀ ਦੀ ਨਾਲ ਰੱਖਿਆ ਜਾਂਦਾ, ਫਿਰ ਉਹ ਬੋਕੀ ਲਾਉਂਦੇ। ਕਈ ਵਾਰੀ ਉਹ ਨਾ ਹਿਲਦਾ ਹੀ ਨਾ ਕਈ ਦਿਨ। ਇਸੇ ਤਰ੍ਹਾਂ ਜਿਹੜਾ ਉਹ ਖੂਹੀ ਹੈ ਜਿਹੜੀ, ਉਹ ਥੱਲੇ ਨਹੀਂ ਜਾ ਰਹੀ। ਤੇ ਠੇਕੇਦਾਰ ਨੂੰ ਤਾਂ ਜਿਹੜਾ ਸੀ ਪੈ ਗਈ ਬਿਪਤਾ। ਉਹਨੇ ਆਖਿਆ ਵੀ ਚਲੋ 4 ਪੈਸੇ ਹਰੇਕੀ ਚਾਹੁੰਦਾ ਮੈਨੂੰ ਬਚਣ, ਵੀ ਪੈਸੇ ਦਾ ਕੀ ਬਚਨੇ ਆ, ਇਹ ਤਾਂ ਮੈਨੂੰ ਪੱਲਿਓਂ ਪਾਉਣੇ ਪੈਣਗੇ ਸਾਰੇ। ਇਹ ਤਾਂ ਕੰਮ ਵਿੱਚ ਫਸ ਗਿਆ, ਤਾਂ ਅੱਗੇ ਤੁਰ ਨਹੀਂ ਰਿਹਾ। ਸਾਰਾ ਜ਼ੋਰ ਲਾ ਲਿਆ, ਸਾਰੀ ਵਾਹ ਲਾ ਲਈ, ਆਖਰ ਨੂੰ ਚਿੰਤਾ ਖੜੀ ਹੋ ਗਈ ਵੀ ਇਹਨਾਂ ਨੇ ਤਾਂ ਪਾਣੀ ਛੱਡ ਦੇਣਾ, ਇਹ ਤਾਂ ਕਾਰਜ ਵਿੱਚ ਹੀ ਰਹੂਗਾ, ਇਹ ਤਾਂ ਪੱਲਿਓਂ ਪੈਣਗੇ। ਜਦੋਂ ਚਿੰਤਾ 'ਚ ਪਿਆ ਤੇ ਕਿਸੇ ਨੇ ਪੁੱਛਿਆ, ਕਹਿੰਦੇ ਚਿੰਤਾ 'ਚ ਕੀ ਗੱਲ, ਤੇਰਾ ਮੂੰਹ ਉੱਡਿਆ ਪਿਆ, ਆਪਾਂ ਦੇਖਦੇ ਨੇ ਬੰਦੇ ਦਾ ਮੂੰਹ, ਕੀ ਗੱਲ, ਕੀ ਫਿਕਰ ਹੈ, ਕੀ ਚਿੰਤਾ ਹੈ? ਕਹਿੰਦਾ ਚਿੰਤਾ ਤਾਂ ਇਹ ਆ ਵੀ ਆ ਜਿਹੜੀ ਖੂਹੀ ਆ ਥੱਲੇ ਨਹੀਂ ਜਾ ਰਹੀ। ਉਹ ਕੋਈ ਸ਼ਰਧਾ ਵਾਲਾ ਸੀ, ਕੋਈ ਪਿਆਰ ਵਾਲਾ, ਕਿਉਂਕਿ ਹਰ ਇੱਕ ਦੇ ਅੰਦਰ ਤਾਂ ਇਹ ਚੀਜ਼ ਹੁੰਦੀ ਨਹੀਂ। ਉਹ ਤਾਂ ਹੀ ਤੇ ਆਪਾਂ ਕਹਿੰਦੇ ਨਾ, ਸਹੀ ਪਿਆਰੇ ਮੇਲੀ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਹੈ। ਕੋਈ ਰੱਬ ਤੇ ਵਿਸ਼ਵਾਸ ਕਰਨ ਵਾਲਾ ਕੋਈ ਉਹ ਮਿਲ ਜੇ ਨਾ ਤੇ ਕਾਰਜ ਰਾਸ ਹੋ ਜਾਂਦੇ ਹੁੰਦੇ ਨੇ। ਉਹ ਮਿਲਿਆ, ਉਹ ਕਹਿੰਦਾ ਤੂੰ ਕਿਉਂ ਘਬਰਾਈ ਜਾਂਦਾ, ਇੱਥੋਂ ਦੀ ਰੋਜ਼ ਰੱਬ ਲੰਘਦਾ, ਰੱਬ ਪਰਮੇਸ਼ਰ ਆਪ ਉਹ ਇੱਥੋਂ ਦੀ ਲੰਘਦੇ ਆ, ਸੰਤ ਮਹਾਂਪੁਰਖ ਰਾੜਾ ਸਾਹਿਬ ਵਾਲੇ, ਤੇ ਤੂੰ ਉਹਨਾਂ ਦੇ ਅੱਗੇ ਬੇਨਤੀ ਕਰ ਲਾ ਤੇ ਤੇਰਾ ਕਾਰਜ ਰਾਸ ਹੋ ਜਾਊਗਾ। ਐ ਸੁਣ ਕੇ ਨਾ ਉਹਨੂੰ ਇੱਕ ਆਸ ਵੱਜੀ ਮਨ ਦੇ ਵਿੱਚ। ਇਹ ਆਸ, ਵਿਸ਼ਵਾਸ ਤੇ ਅਰਦਾਸ, ਆਸ ਵੱਜੀ ਮਨ ਦੇ ਵਿੱਚ, ਉਡੀਕਣ ਲੱਗ ਗਿਆ। ਤੇ ਸੰਤ ਮਹਾਰਾਜ ਜੀ ਦੀ ਜਦੋਂ ਗੱਡੀ ਆਈ ਨਾ, ਤੇ ਉਹ ਥੋੜਾ ਜਿਹਾ ਅੱਗੇ ਹੋ ਕੇ ਇਸ਼ਾਰਾ ਕੀਤਾ ਤੇ ਮਹਾਂਪੁਰਖਾਂ ਨੇ ਗੱਡੀ ਨੂੰ ਕਿਹਾ ਵੀ ਸੰਤ ਮਹਾਰਾਜ ਜੀ ਕਦੇ ਰੋਕ ਲਾ ਵੀ ਗੱਡੀ, ਪੁੱਛ ਲੈ ਕੀ ਕਹਿੰਦਾ। ਉਹਨੇ ਹੱਥ ਜੋੜੇ, ਬੜਾ ਤਰਲਾ ਲਿਆ, ਕਿਉਂਕਿ ਸਾਡੇ ਬੋਲਾਂ 'ਚ ਹੀ ਆ ਜਾਂਦਾ ਸਾਰਾ ਕੁਝ। ਜਿਹੜੀ ਅੰਦਰਲੀ ਨਿਮਰਤਾ ਹੁੰਦੀ ਹੈ, ਪਿਆਰ ਹੁੰਦਾ, ਬੋਲਾਂ ਵਿੱਚ ਹੀ ਪਤਾ ਲੱਗ ਜਾਂਦਾ ਵੀ ਇਹ ਕਿੱਦਾਂ ਦੀ ਗੱਲ ਕਰ ਰਿਹਾ। ਨਿਮਰਤਾ ਦੇ ਵਿੱਚ, ਅੱਤ ਦੀ ਨਿਮਰਤਾ, ਹੱਥ ਜੋੜੇ, ਕਹਿੰਦੇ ਮਹਾਂਪੁਰਖੋ ਮੈਂ ਠੇਕੇਦਾਰ ਹਾਂ ਤੇ ਮੇਰਾ ਕਾਰਜ ਜਿਹੜਾ ਸੀ ਨਾ ਉਹ ਇਹ ਵਿਚਾਲੇ ਫਸ ਗਿਆ, ਰਾਸ ਨਹੀਂ ਆਉਂਦਾ। ਬੜਾ ਜ਼ੋਰ ਲਾ ਲਿਆ, ਬਾਹ ਜਹਾਨ ਦੀ ਲਾ ਲਈ ਮੈਂ ਤਾਂ, ਤੇ ਕਿਰਪਾ ਕਰੋ ਇਹ ਕਾਰਜ ਰਾਸ ਹੋ ਜੇ। ਉਹ ਖੂਹੀ ਥੱਲੇ ਨਹੀਂ ਜਾ ਰਹੀ। ਸੰਤ ਮਹਾਰਾਜ ਜੀ ਦੀ ਨਜ਼ਰ ਪਈ, ਦੇਖਿਆ ਉਧਰ, ਨਾਨਕ ਨਦਰੀ ਨਜ਼ਰ ਨੇ। ਜਿਹੜੀਆਂ ਮਹਾਂਪੁਰਖਾਂ ਦੀਆਂ ਨਜ਼ਰਾਂ ਹੁੰਦੀਆਂ ਨੇ ਨਾ, ਨਜ਼ਰਾਂ, ਨਿਗਾਹ ਹੀ ਕੀਤੀ, ਨਿਗਾਹ, ਕਹਿੰਦੇ ਕਿਹੜੀ ਉਹ ਖੂਹੀ, ਕਹਿੰਦੇ ਕੋਈ ਨਹੀਂ, ਇੰਨੀ ਗੱਲ ਹੀ ਕਹੀ। ਉਹ ਸੋਚਦਾ ਸੀ ਵੀ ਕਿਤੇ ਸੰਤ ਜੀ ਬਾਹਰ ਆਉਣਗੇ, ਮਹਾਂਪੁਰਖ ਉੱਥੇ ਜਾ ਕੇ ਦੇਖਣਗੇ, ਹੱਥ ਉੱਥ ਲਾਉਣਗੇ, ਕੋਈ ਨਾ ਕੋਈ ਕਿਰਪਾ ਕਰਨਗੇ, ਜਾਂ ਕੋਈ ਉੱਤੇ ਅਰਦਾਸ ਕਰਨਗੇ, ਕੋਈ ਫੇਰ ਕਿਤੇ ਕਾਰਜ ਰਾਸ ਹੋਊਗਾ। ਪਰ ਉਹਨਾਂ ਦੀਆਂ ਕਮਾਈਆਂ ਹੀ ਇੰਨੀਆਂ ਸੀ, ਵੱਡੀ ਕਮਾਈ ਵਾਲੇ ਸੀ। ਉਹ ਨਿਗਾਹ ਹੀ ਕੀਤੀ, ਕਹਿੰਦੇ ਕੋਈ ਨਹੀਂ, ਐਂ ਕਹਿ ਕੇ ਅੱਗੇ ਤੁਰ ਗਏ। ਬਸ ਅੱਗੇ ਗਈ ਸੀ ਤੇ ਉਹ ਪਤਾ ਨਹੀਂ ਬਸ ਉਹ ਕੀ, ਕਾਹਦੇ 'ਚ ਤਾਂ ਉਹ ਅੜੀ ਸੀ, ਕੀ ਹੋਇਆ ਸੀ। ਪਰ ਮਹਾਂਪੁਰਖਾਂ ਦੀ ਨਜ਼ਰ ਕਰਨ ਦੇ ਨਾਲ ਹੀ ਜਿਹੜਾ ਸਾਰਾ ਕਾਰਜ ਰਾਸ ਹੋ ਗਿਆ। ਖੂਹੀ ਥੱਲੇ ਚਲੇ ਗਈ, ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕਾਰਜ ਰਾਸ ਹੋ ਗਿਆ। ਸੰਤ ਮਹਾਰਾਜ ਜੀ ਦੀਵਾਨ ਕਰਨ ਚਲੇ ਗਏ ਤੇ ਜਦੋਂ ਉਧਰੋਂ ਮੁੜ ਕੇ ਆਏ ਨਾ, ਮੁੜ ਕੇ ਦੀਵਾਨ ਕਰਕੇ ਇੰਨਾ ਖੁਸ਼। ਆ ਸਾਡੀਆਂ ਖੁਸ਼ੀਆਂ ਨਾ, ਸਾਡੀਆਂ ਵੀ ਇਹ ਕਿਤੇ ਅੜੀਆਂ ਪਈਆਂ ਨੇ, ਫਸੀਆਂ ਪਈਆਂ ਨੇ।
ਇਹ ਜਦੋਂ ਗੁਰੂ ਨਾਨਕ ਦੀ ਨਜ਼ਰ ਹੋਣੀ ਹੈ ਨਾ, ਪਤਾ ਹੈ ਮਹਾਰਾਜ ਨੂੰ ਵੀ ਇਹਨੂੰ ਆਹ ਚਾਹੀਦਾ, ਜੇ ਆ ਦੇ ਦਿਆ ਨਾ ਤਾਂ ਭੰਗੜੇ ਪਾਉਣ ਲੱਗ ਜੂਗਾ। ਇੰਨੀ ਗੱਲ ਨਾਲ ਹੀ ਆ ਮੇਰਾ ਅੱਜ ਆਏ ਨੇ ਬਥੇਰੇ ਅੱਜ ਵੀ, ਪਰ ਜਿਹਦੇ ਕਾਰਜ ਰਾਸ ਹੋ ਗਏ ਉਹ ਫਿਰ ਖੁਸ਼ੀਆਂ, ਕੋਈ ਮਠਿਆਈ ਦਾ ਡੱਬਾ ਚੱਕੀ ਆਉਂਦਾ, ਕੋਈ ਰੁਮਾਲਾ ਲੈ ਕੇ ਆਉਂਦਾ, ਕੋਈ ਕਿੱਦਾਂ ਖੁਸ਼ੀਆਂ ਦੇ ਨਾਲ ਕਿ ਮੇਰੀ ਆਹ ਚੀਜ਼ ਮੈਨੂੰ ਚਾਹੀਦੀ ਸੀ, ਮੈਨੂੰ ਗੁਰੂ ਜੀ ਨੇ ਦੇ ਦਿੱਤੀ। ਮੇਰਾ ਆਹ ਕਾਰਜ ਸੀ, ਬੜੇ ਚਿਰ ਦਾ ਮੈਂ ਤਾਂ ਖੜਾ ਸੀ, ਬਾਹ ਨਹੀਂ ਸੀ ਜਾਂਦੀ ਕੋਈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਮੇਰਾ ਕਾਰਜ ਰਾਸ ਹੋ ਗਿਆ। ਮਹਾਂਪੁਰਖਾਂ ਨੇ ਮੈਨੂੰ ਬਚਨ ਕੀਤਾ ਸੀ, ਮੇਰਾ ਕਾਰਜ ਰਾਸ ਹੋ ਗਿਆ। ਇਹ ਸਮਾਗਮ ਅਸਲ ਵਿੱਚ ਉਹਨਾਂ ਵਾਸਤੇ ਰੱਖੇ ਜਾਂਦੇ ਨੇ ਕਿ ਉਹ ਉਹਨਾਂ ਦੀਆਂ ਜਿਹੜਾ ਹੁੰਦਾ ਵੀ ਉਹ ਦਿਨ ਆਊਗਾ, ਅਸੀਂ ਉੱਥੇ ਸੇਵਾ, ਕਿਸੇ ਦੀ ਸੇਵਾ ਸੁੱਖੀ ਹੁੰਦੀ ਹੈ, ਕੋਈ ਕਹਿੰਦਾ ਮੈਂ ਸੰਗਤ ਦੀ ਸੇਵਾ ਕਰਨੀ ਹੈ, ਲੰਗਰਾਂ ਦੇ ਵਿੱਚ ਸੇਵਾ ਕਰਨੀ ਹੈ, ਕੋਈ ਕੁਛ ਕਰਨੀ ਹੈ। ਇਸ ਕਰਕੇ ਫਿਰ ਹੁੰਦਾ ਵੀ ਚਲੋ ਜਿੰਨਾ ਕੁ ਹੈ ਦਿਹਾੜਾ ਰੱਖ ਲਓ, ਚਲੋ ਉਹ ਆਪਣਾ ਜਿਹੜਾ ਉਹਨਾਂ ਦਾ ਸਤਿਕਾਰ ਪਿਆਰ ਹੁੰਦਾ ਹੈ, ਉਹਨਾਂ ਨੇ ਸ਼ੁਕਰਾਨਾ ਕਰਨਾ ਹੁੰਦਾ ਹੈ, ਉਹ ਸੰਗਤਾਂ ਫਿਰ ਇੱਥੇ ਪਹੁੰਚ ਜਾਂਦੀਆਂ ਨੇ। ਤੇ ਇਸ ਕਰਕੇ ਅੱਜ ਬੜੇ ਇਸ ਤਰ੍ਹਾਂ ਦੇ ਜਿਹੜੇ ਸੇਵਾ ਆਪਣੀ ਸੰਗਤ ਆਈ ਹੈ, ਜਿਨ੍ਹਾਂ ਦੇ ਕਾਰਜ ਗੁਰੂ ਪਾਤਸ਼ਾਹ ਮਹਾਰਾਜ ਨੇ ਰਾਸ ਕੀਤੇ ਨੇ। ਵੈਸੇ ਤਾਂ ਅਸੀਂ ਗਿਣਤੀ ਨਹੀਂ ਕਰ ਸਕਦੇ, ਸਾਡੀ ਨਿਗਾਹ 'ਚ ਨਹੀਂ ਹੁੰਦਾ ਕਿ ਕਿੰਨੇ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ ਕਾਰਜ ਰਾਸ ਕਰਤੇ, ਸਾਨੂੰ ਪਤਾ ਹੀ ਨਹੀਂ ਹੁੰਦਾ ਕਈਆਂ ਦਾ। ਕਈ ਵਾਰ ਜੀ ਭੁੱਲ ਭਾਲੀ ਜਾਂਦੇ ਆ, ਬਹੁਤ ਬੜੇ ਔਖੇ ਸਮੇਂ ਤਾਂ ਅਸੀਂ ਉਹਦੀ ਹੱਥ ਬੰਨ੍ਹ ਲੈਂਦੇ ਆ, ਪਰ ਉਹ ਕਾਰਜ ਰਾਸ ਹੋ ਜਾਂਦਾ ਅਸੀਂ ਕਹਿੰਦੇ ਚਲੋ ਠੀਕ ਆ, ਬਸ ਹੁਣ ਭੁੱਲ ਜਾਈਦਾ। ਨਹੀਂ, ਗੁਰੂ ਪਾਤਸ਼ਾਹ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੀਦਾ। ਉਹ ਫਿਰ ਜਦੋਂ ਪਤਾ ਲੱਗਿਆ ਮੇਰਾ ਤਾਂ ਕਾਰਜ ਰਾਸ ਹੋ ਗਿਆ, ਫਿਰ ਸੰਤ ਮਹਾਰਾਜ ਜੀ ਜਦੋਂ ਮੁੜ ਕੇ ਆਏ ਨਾ, ਤੇ ਆਉਂਦਿਆਂ ਨੂੰ ਫਿਰ ਉੱਥੇ ਲੱਡੂਆਂ ਦੇ ਟੋਕਰੇ ਭਰੀ ਬੈਠੇ, ਲੱਡੂਆਂ ਦੇ ਟੋਕਰੇ ਭਰੀ ਬੈਠਾ, ਤੇ ਫਿਰ ਗੱਡੀ ਰੋਕ ਲਈ। ਸੰਤ ਮਹਾਰਾਜ ਜੀ ਕਹਿੰਦੇ ਕੀ ਗੱਲ ਬਈ? ਕਹਿੰਦੇ ਮਹਾਰਾਜ ਜੀ ਪਤਾ ਨਹੀਂ ਤੁਸੀਂ ਕੀ ਕਰਤਾ, ਬਸ ਤੁਸੀਂ ਇੱਥੇ ਹੀ ਗਏ, ਸਾਨੂੰ ਤਾਂ 15 ਦਿਨ ਹੋ ਗਏ ਖਪੀ ਜਾਂਦਿਆਂ ਨੂੰ ਇੱਥੇ, ਤੇ ਤੁਹਾਡੇ ਇੱਕ ਦੇਖਣ ਨਾਲ, ਨਜ਼ਰਾਂ ਦੇ ਨਾਲ ਹੀ ਜਿਹੜਾ ਸੀਗਾ ਉਹ ਕਾਰਜ ਰਾਸ ਹੋ ਗਿਆ। ਤੋ ਐਸੇ ਮਹਾਂਪੁਰਖ ਸੀ, ਐਵੇਂ ਨਹੀਂ ਜਹਾਨ ਪੂਜਦਾ, ਜੱਗ ਐਵੇਂ ਨਹੀਂ ਕਿਸੇ ਨੂੰ ਪੂਜਦਾ ਹੁੰਦਾ। ਐਡੇ ਵੱਡੇ ਮਹਾਤਮਾ, ਤੇ ਇੱਕ ਕਿਣਕਾ ਹੈ, ਇੱਕ ਤੁਹਾਨੂੰ ਦੱਸਿਆ ਵੀ ਤੁਰੇ ਜਾਂਦੇ ਨਿਗਾਹ ਕਰਕੇ ਕਾਰਜ ਸਵਾਰ ਜਾਂਦੇ ਸੀ। ਜਿਹੜੇ ਉਹਨਾਂ ਦੇ ਕੋਲੇ ਰਹਿੰਦੇ ਸੀ, ਜਿਹੜੇ ਬਚਨ ਮੰਨਦੇ ਸੀਗੇ, ਉਹ ਤਾਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਉਹ ਤਾਂ ਪਾਤਸ਼ਾਹ ਦੇ ਪਾਤਸ਼ਾਹ ਬਣਾਤੇ। ਜਿਨ੍ਹਾਂ ਨੂੰ ਉਹਨਾਂ ਨੇ ਉਪਦੇਸ਼ ਬਖਸ਼ੇ, ਜਿਨ੍ਹਾਂ ਨੂੰ ਨਾਮ ਦੀਆਂ ਦਾਤਾਂ ਵੰਡੀਆਂ, ਜਿਨ੍ਹਾਂ ਤੇ ਬਖਸ਼ਾਂ ਕੀਤੀਆਂ, ਉਹ ਤਾਂ ਪਾਤਸ਼ਾਹ ਦੇ ਪਾਤਸ਼ਾਹ ਬਣਾ ਦਿੱਤੇ। ਇੱਕ ਪੀਰ ਦੇ ਮਰੀਦ ਲੱਖਾਂ, ਆ ਸਮਾਂ ਨਹੀਂ ਜਾ ਦਿੰਦਾ। ਸੋ ਆਓ, ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਸਾਰੇ ਆਪਾਂ, ਇੱਕ ਤਾਂ ਜੋ ਕਿਸਾਨ ਨੇ ਜਿਹੜੇ, ਉਹ ਸਾਡੇ ਭਰਾ ਨੇ, ਸਾਡੇ ਵੀਰ ਨੇ, ਸਾਡੇ ਪਰਿਵਾਰਾਂ ਦੇ ਮੈਂਬਰ ਨੇ, ਉਹਨਾਂ ਦੀ ਸਫਲਤਾ ਵਾਸਤੇ ਆਪਾਂ ਅਰਦਾਸ ਕਰਨੀ ਹੈ। ਬਾਕੀ ਮਹਾਂਪੁਰਖ ਜਿਨ੍ਹਾਂ ਨੇ ਸਾਨੂੰ ਇਸ ਪਾਸੇ ਜੋੜਿਆ, ਜਿਨ੍ਹਾਂ ਦੇ ਉਪਦੇਸ਼ ਦੇ ਨਾਲ ਆਪਾਂ ਜੀਵਨ ਸਫਲਾ ਕਰ ਰਹੇ ਹਾਂ, ਉਹਨਾਂ ਮਹਾਂਪੁਰਖਾਂ ਦੀ ਵੀ ਅਰਦਾਸ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ, ਤੰਦਰੁਸਤੀ ਦੀ ਜਿਹੜਾ ਜੀਵਨ ਅਤੇ ਲੰਮੀਆਂ ਉਮਰਾਂ ਬਖਸ਼ਣ, ਤਾਂ ਕਿ ਸਾਨੂੰ ਇਸੇ ਤਰ੍ਹਾਂ ਅਸੀਂ ਉਹਨਾਂ ਦਾ ਪਿਆਰ ਮਾਣਦੇ ਰਹੀਏ, ਉਹਨਾਂ ਦੇ ਕੋਲੋਂ ਅਸੀਂ ਖੁਸ਼ੀਆਂ ਮਾਣਦੇ ਰਹੀਏ, ਉਹਨਾਂ ਦੇ ਦਰਸ਼ਨ ਦਿਦਾਰੇ ਕਰਦੇ ਰਹੀਏ। ਸੋ ਉਹ ਅਰਦਾਸ ਆਪਾਂ ਸਾਰੀ ਸੰਗਤ ਨੇ ਕਰਨੀ ਹੈ। ਜਿਨ੍ਹਾਂ ਨੇ ਸਾਡੇ ਇਸ ਇਲਾਕੇ ਨੂੰ ਵੀ ਜੰਗਲਾਂ ਵਿੱਚ ਮੰਗਲ ਲਾਏ ਨੇ, ਸਾਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਵੱਡੇ ਵੱਡੇ ਸਮਾਗਮ ਕਿੰਨੇ ਸਾਲਾਂ ਤੋਂ ਮਹਾਂਪੁਰਖ ਕਰਦੇ ਆ ਰਹੇ ਨੇ, ਤੇ ਸਾਡੇ ਬੱਚਿਆਂ ਨੂੰ ਉੱਚੀ ਵਿਦਿਆ ਦੇਣ ਵਾਸਤੇ, ਜਿਹੜੀ ਵਿਦਿਆ ਸੀ ਕਿਤੇ ਦੂਰ ਦਰਾਡੇ ਜਾ ਕੇ ਲੈਣੀ ਸੀ, ਉਹ ਸਾਡੇ ਇੱਥੇ ਇਲਾਕੇ ਦੇ ਵਿੱਚ ਮਹਾਂਪੁਰਖ ਬਚਨ ਕਰਦੇ ਹੁੰਦੇ, ਕਹਿੰਦੇ ਸਮਾਂ ਸਾਨੂੰ ਯਾਦ ਕਰੇਗਾ ਕਿ ਅਸੀਂ ਚੰਡੀਗੜ੍ਹ ਆ ਜਿਹੜਾ ਨਾ, ਚੰਡੀਗੜ੍ਹ ਇੱਥੇ ਖਿੱਚ ਕੇ ਲਿਆ ਦੇਣਾ। ਉਹ ਅਗਲਾ ਸੋਚਦਾ ਵੀ ਕਿਵੇਂ ਚੰਡੀਗੜ੍ਹ ਨੂੰ ਕਿਵੇਂ ਲੈ ਕੇ ਆਉਣਗੇ। ਜਿਹੜੀ ਚੰਡੀਗੜ੍ਹ ਜਿਹੜੇ ਜੱਜਾਂ ਵਕੀਲਾਂ ਦੇ ਜਿਹੜੇ ਵੱਡੇ ਵੱਡੇ ਲੋਕ, ਜਿਹੜੇ ਉੱਥੇ ਅਫਸਰ ਲੋਕ ਰਹਿੰਦੇ ਨੇ, ਜਿਹੜੇ ਉਹਨਾਂ ਦੇ ਬੱਚੇ ਵਿਦਿਆ ਲੈਣਗੇ ਨਾ, ਉਹ ਵਿਦਿਆ ਅਸੀਂ ਇੱਥੇ ਦਿਆ ਕਰਨੀ ਹੈ। ਉਹ ਇੱਥੋਂ ਵਿਦਿਆ ਪ੍ਰਾਪਤ ਕਰਕੇ ਅੱਜ ਕਿੱਡੇ ਦੇਸਾਂ ਵਿਦੇਸਾਂ ਦੇ ਵਿੱਚ ਜਾ ਕੇ ਸਾਡੇ ਬੱਚੇ ਜਿਹੜੇ ਆਪਣਾ ਉੱਥੇ ਸੈੱਟ ਹੋ ਰਹੇ ਨੇ, ਚੰਗੀਆਂ ਚੰਗੇ ਅਹੁਦਿਆਂ ਤੇ ਜਾ ਰਹੇ ਨੇ, ਉੱਚੀ ਵਿਦਿਆ ਪ੍ਰਾਪਤ ਕਰ ਰਹੇ ਨੇ। ਸੋ ਇਹ ਮਹਾਂਪੁਰਖਾਂ ਦੀ ਬਹੁਤ ਜਿਹੜੀ ਵੱਡੀ ਦੇਣ ਹੈ ਇਲਾਕੇ ਨੂੰ।
ਸਾਡੇ ਤਕਰੀਬਨ 29-30 ਪਿੰਡਾਂ ਦੇ ਬੱਚੇ ਇੱਥੇ 3000 ਦੇ ਲਗਭਗ 28-2900 ਦੇ ਲਗਭਗ ਸਾਡੇ ਬੱਚਿਆਂ ਨੂੰ ਜਿਹੜੇ ਮਹਾਂਪੁਰਖਾਂ ਨੇ ਸੰਭਾਲਿਆ ਹੋਇਆ ਉਹਨਾਂ ਨੂੰ ਬਹੁਤ ਉੱਚਾ ਜੀਵਨ ਜਿਹੜਾ ਦੇ ਰਹੇ ਨੇ। ਚਲੋ ਹੁਣ ਤਾਂ ਕਰੋਨਾ ਕਰਕੇ ਸਕੂਲ ਲੱਗੇ ਨੂੰ ਹੀ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਜੀ, ਬੱਚਿਆਂ ਦਾ ਬੁਰਾ ਹਾਲ ਹੋ ਗਿਆ ਪੜ੍ਹਾਈ ਤੋਂ। ਜੋ ਇੰਨੇ ਸੰਭਾਲੇ ਸੀ, ਉਹਨਾਂ ਦੇ ਕੇਸ ਰੱਖਣੇ, ਉਹਨਾਂ ਦੇ ਦਸਤਾਰਾਂ ਸਜਾਉਣੀਆਂ, ਤੇ ਐਸੀ ਇੱਕ ਫੁਲਵਾੜੀ ਜਿਹੜੀ ਸਿੱਖੀ ਦੀ ਜਦੋਂ ਅਸੀਂ ਸਕੂਲ 'ਚ ਜਾਂਦੇ ਹਾਂ ਤੇ ਦਿਸਦਾ ਹੈ ਵੀ ਕਿੰਨੇ ਬੱਚਿਆਂ ਦੇ ਦਸਤਾਰਾਂ, ਕੇਸ। ਸੋ ਉਹਨਾਂ ਨੂੰ ਉੱਚੀ ਵਿਦਿਆ, ਉੱਚੀ ਸਿੱਖਿਆ, ਨਸ਼ਿਆਂ ਤੋਂ ਰਹਿਤ। ਨਹੀਂ ਤਾਂ ਐਡੇ ਐਡੇ ਜਵਾਕ ਤਾਂ ਜਾ ਕੇ ਤਾਂ ਦੇਖੋ ਕਿਵੇਂ ਬੁਰਾ ਹਾਲ ਹੋਇਆ ਪਿਆ, ਗਲੀਆਂ ਬਾਜ਼ਾਰਾਂ ਦੇ ਵਿੱਚ ਜਵਾਕ ਨਸ਼ੇ ਚਿੱਟਿਆਂ ਤੇ ਲੱਗ ਗਏ। ਸੋ ਉਹ ਜਿਹੜੇ ਨਹੀਂ ਸਾਂਭੇ ਉਹਨਾਂ ਦਾ ਬੁਰਾ ਹਾਲ ਹੋ ਗਿਆ। ਸੋ ਇਹ ਬਹੁਤ ਵੱਡੀ ਦੇਣ ਹੈ ਆਪਣੇ ਇਲਾਕੇ ਨੂੰ। ਆਓ ਮਹਾਂਪੁਰਖਾਂ ਦੀ ਆਪਾਂ ਸਾਰੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਸੋ ਸਮਾਂ ਉੱਪਰ ਦੀ ਜਾ ਰਿਹਾ ਹੈ, ਤਕਰੀਬਨ 3:45 ਹੋ ਗਏ ਹੈ। ਸੋ ਇੰਨਾ ਹੀ ਹਾਜ਼ਰੀ ਪ੍ਰਵਾਨ ਕਰਨੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭਾਵੇਂ ਇਸ ਨੂੰ ਮਿਸ ਕਰਦੇ ਕਰਦੇ ਵੀ ਸੋ ਇਹ ਸੀ ਵੀ ਗੁਪਤ ਜਿਹਾ ਸਮਾਗਮ ਰੱਖ ਲਈਏ ਆਪਾਂ, ਬਹੁਤਾ ਇਹਦੀ ਪਬਲਿਸਿਟੀ ਨਹੀਂ ਕਰਨੀ ਗੀ, ਤੇ ਇਦਾਂ ਦਾ ਆਪਾਂ ਇਕੱਠ ਵੱਠ ਜ਼ਿਆਦਾ ਨਹੀਂ ਕਰਨਾ। ਤਾਂ ਇਸ ਹਿਸਾਬ ਦੇ ਵਿੱਚ ਇਹ ਸਮਾਗਮ ਰੱਖਿਆ ਸੀ। ਆਪ ਜੀ ਫੇਰ ਵੀ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਪਹੁੰਚੀਆਂ ਨੇ, ਗੁਰੂ ਮਹਾਰਾਜ ਕਿਰਪਾ ਕਰਨ, ਤੁਹਾਨੂੰ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਬਖਸ਼ਣ। ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਇੱਥੇ ਕੋਈ ਘਾਟਾ ਨਹੀਂ। ਸਤਿਗੁਰੂ ਪਾਤਸ਼ਾਹ ਦਾ ਦਰਬਾਰ ਹੈ, ਸੱਚਾ ਆਪ ਸੱਚਾ ਦਰਬਾਰ। ਜਿਸ ਭਾਵਨਾ ਦੇ ਨਾਲ ਤੁਸੀਂ ਆਏ ਹੋ, ਗੁਰੂ ਪਾਤਸ਼ਾਹ ਮਹਾਰਾਜ ਸਭ ਦੀਆਂ ਝੋਲੀਆਂ ਭਰ ਕੇ ਤੋਰਨ, ਅਤੇ ਜੋ ਇੱਕ ਵੱਡੀ ਚੀਜ਼ ਆ ਉਹ ਲੈ ਕੇ ਜਾਈਏ ਕਿ ਅਸੀਂ ਇੱਥੋਂ ਅੰਮ੍ਰਿਤ ਵੇਲੇ ਦਾ ਜਾਗਣਾ, ਜਿਵੇਂ ਭਾਈ ਮੱਖਣ ਸਿੰਘ ਜੀ ਕਹਿੰਦੇ ਸੀ, ਅੰਮ੍ਰਿਤ ਵੇਲੇ ਦਾ ਜਾਗਣਾ ਜਿਹੜਾ ਉਹ ਕੱਚੇ ਪ੍ਰਚਾਰਾਂ ਮਗਰ ਲੱਗ ਕੇ ਨਾ ਛੱਡੋ। ਕੀ ਫਾਇਦਾ ਜੀ ਜਾਗਣ ਦਾ, ਆ ਜੀ ਉਹ ਜੀ, ਬੜੀਆਂ ਗੱਲਾਂ ਇਹ ਸਾਨੂੰ ਕਈਆਂ ਗਈਆਂ ਨੇ, ਬਹੁਤ ਆਸਰ ਇਹਨਾਂ ਦਾ ਵੀ ਹੋ ਗਿਆ। ਅੰਮ੍ਰਿਤ ਵੇਲੇ ਦਾ ਜਿਹੜਾ ਜਾਗਣਾ ਹੈ ਉਹ ਰੋਜ਼ ਜਾਗਿਆ ਕਰੋ, ਇੱਕ ਮਨ ਚਿੱਤ ਹੋ ਕੇ ਜਿੰਨਾ ਕੁ ਚਿਰ ਸਮਾਂ ਮਿਲਦਾ ਹੈ ਪਰਮਾਤਮਾ ਦਾ ਜਾਪ ਕਰਿਆ ਕਰੋ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਨਾਮ ਦਾਨ ਇਸ਼ਨਾਨ ਦਰੜਾਇਆ ਸਤਿਗੁਰ ਪੂਰਿਆਂ ਨੇ। ਇਹੀ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਦੁਨੀਆ ਤੇ ਚੱਕਰ ਲਾ ਕੇ ਇਹੀ ਦਾਤ ਵੰਡੀ। ਇਹੀ ਸੰਤ ਮਹਾਰਾਜ ਜੀ ਨੇ ਕਿਹਾ ਕਿ ਤੁਹਾਨੂੰ ਸਭ ਕੁਝ ਤੁਸੀਂ ਆਪਣੇ ਆਪ ਲੈ ਸਕਦੇ ਹੋ, ਬਹੁਤ ਵੱਡੀਆਂ ਵੱਡੀਆਂ ਬਰਕਤਾਂ ਪ੍ਰਾਪਤ ਕਰ ਸਕਦੇ ਹੋ ਜੇ ਤੁਸੀਂ ਇਸ਼ਨਾਨ ਕਰਕੇ ਪਰਮਾਤਮਾ ਦਾ ਭਜਨ ਕਰਨ ਲੱਗ ਜਾਓ ਤਾਂ। ਇਸ ਕਰਕੇ ਇਹਨੂੰ ਆਪਾਂ ਇਸੇ ਲੜੀ ਨੂੰ ਅੱਗੇ ਦੀ ਅੱਗੇ ਚਾਲੂ ਰੱਖਣਾ ਹੈਗਾ। ਇਹ ਦ੍ਰਿੜ ਕਰਾਇਆ ਸਾਨੂੰ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਸੋ ਇਹਦੇ ਨਾਲ ਤਨ ਦੀ ਵੀ ਤੰਦਰੁਸਤੀ ਅਤੇ ਮਨ ਦੀ ਵੀ ਤੰਦਰੁਸਤੀ ਜਿਹੜੀ ਸਾਨੂੰ ਇਹ ਗੁਰੂਆਂ ਕੋਲੋਂ ਦਾਤ ਮਿਲਦੀ ਹੈ। ਬਚਨ ਮੰਨਣਾ ਆਪਾਂ, ਇਸ਼ਨਾਨ ਕਰਕੇ ਇੱਕ ਮਨ ਜਾਪ ਜਿਹੜਾ ਕਰਨਾ ਹੈ ਪਰਮਾਤਮਾ ਦਾ। ਸੰਤ ਮਹਾਰਾਜ ਜੀ ਕਹਿੰਦੇ ਹੁੰਦੇ, ਕਹਿੰਦੇ ਦੁਨੀਆ ਸਾਡੇ ਕੋਲੋਂ ਪਾਪੜ ਤੋੜਨ ਵਾਸਤੇ ਨਾ, ਤੇ ਕਹਿੰਦੇ ਸਾਨੂੰ ਘਣ ਦਿਓ ਜੀ ਵੱਡਾ ਸਾਰਾ ਥੋੜਾ ਸੀ ਪਾਪੜ ਭੰਨਣਾ ਹੈ, ਉਹ ਤਾਂ ਉਹੀ ਟੁੱਟ ਜਾਏਗਾ। ਕਹਿੰਦੇ ਭਾਈ ਨਾਮ ਜਪੋ, ਸਿਮਰਨ ਕਰੋ, ਤੁਹਾਡੇ ਆਪਣੇ ਆਪ ਕਾਰਜ ਰਾਸ ਹੋਣਗੇ। ਧਰ ਜੀ ਅਰੇ ਇੱਕ ਟੇਕ ਤੋ ਲਾਹੇ ਬੜਾ ਨਿਆਸ, ਨਾਨਕ ਨਾਮ ਤੇ ਆਈ ਹੈ ਕਾਰਜ ਆਵੇ।